ਯੈਸ, ਅੱਜ ਆਪਾਂ ਸ਼ੁਰੂ ਕਰਾਂਗੇ ਟੈਂਸਸ ਦੇ ਨਾਲ। ਜਿਨ੍ਹਾਂ ਨੂੰ ਟੈਂਸਸ ਨਹੀਂ ਆਉਂਦੇ ਆ ਜਾਂ ਟੈਂਸਸ ਦੇ ਵਿੱਚ ਕੋਈ ਕਨਫਿਊਜ਼ਨ ਹੈ, ਉਹ ਹੁਣ ਆਪਣੀ ਟੈਂਸਸ ਦਾ ਸੈਸ਼ਨ ਅਟੈਂਡ ਕਰਨ ਦੇ ਨਾਲ ਦੂਰ ਹੋ ਜਾਏਗੀ। ਸੋ ਆਪਾਂ ਸਟਾਰਟ ਕਰਦੇ ਹਾਂ ਸਿੰਪਲ ਪ੍ਰੈਜ਼ੈਂਟ ਟੈਂਸ। ਪਹਿਲਾਂ ਤਾਂ ਸਿੰਪਲ ਪ੍ਰੈਜ਼ੈਂਟ ਟੈਂਸ ਨਾਲ ਅੱਜ ਆਪਾਂ ਕੰਪਲੀਟ ਕਰਾਂਗੇ ਸਿੰਪਲ ਪ੍ਰੈਜ਼ੈਂਟ ਟੈਂਸ। ਬਟ ਟੈਂਸਸ ਜੋ ਹੁੰਦੇ ਆ ਉਹ ਟੈਂਸਸ 3 ਟਾਈਪਸ ਦੇ ਟੈਂਸਸ ਹੁੰਦੇ ਆ। ਸਭ ਤੋਂ ਪਹਿਲਾਂ ਪ੍ਰੈਜ਼ੈਂਟ ਟੈਂਸ, ਪਾਸਟ ਟੈਂਸ, ਫਿਊਚਰ ਟੈਂਸ। ਐਂਡ ਹਰ ਇੱਕ ਟੈਂਸ ਦੇ ਅੱਗੇ 4 ਟਾਈਪਸ ਹੁੰਦੇ ਆ। ਪ੍ਰੈਜ਼ੈਂਟ ਟੈਂਸ, ਸਿੰਪਲ ਪ੍ਰੈਜ਼ੈਂਟ, ਪ੍ਰੈਜ਼ੈਂਟ ਕੰਟੀਨਿਊਅਸ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਅਸ। ਸਿਮਿਲਰਲੀ ਪਾਸਟ ਦੇ ਵਿੱਚ ਵੀ ਸਿੰਪਲ ਪਾਸਟ, ਪਾਸਟ ਕੰਟੀਨਿਊਅਸ, ਪਾਸਟ ਪਰਫੈਕਟ ਕੰਟੀਨਿਊਅਸ। ਐਂਡ ਦ ਲਾਸਟ ਵਨ ਇਜ਼ ਫਿਊਚਰ। ਸਿੰਪਲ ਫਿਊਚਰ ਔਰ ਯੂ ਕੈਨ ਸੇ ਫਿਊਚਰ ਇਨਡੈਫੀਨਿਟ ਵੀ ਕਹਿ ਸਕਦੇ ਹਾਂ। ਜਿੱਥੇ ਸਿੰਪਲ ਪਾਸਟ ਜਾਂ ਸਿੰਪਲ ਪ੍ਰੈਜ਼ੈਂਟ ਲਿਖਿਆ ਹੋਇਆ ਹੈ ਉਹਨਾਂ ਨੂੰ ਆਪਾਂ ਪ੍ਰੈਜ਼ੈਂਟ ਇਨਡੈਫੀਨਿਟ ਵੀ ਕਹਿ ਸਕਦੇ ਹਾਂ। ਨਾਲ ਮਤਲਬ ਸਿੰਪਲ ਦੀ ਜਗ੍ਹਾ ਤੇ ਇਨਡੈਫੀਨਿਟ ਲਗਾ ਸਕਦੇ ਹਾਂ। ਪ੍ਰੈਜ਼ੈਂਟ ਇਨਡੈਫੀਨਿਟ, ਪਾਸਟ ਇਨਡੈਫੀਨਿਟ ਔਰ ਫਿਊਚਰ ਇਨਡੈਫੀਨਿਟ ਯੂ ਕੈਨ ਸੇ। ਫਿਊਚਰ ਕੰਟੀਨਿਊਅਸ, ਫਿਊਚਰ ਪਰਫੈਕਟ ਐਂਡ ਫਿਊਚਰ ਪਰਫੈਕਟ ਕੰਟੀਨਿਊਅਸ। ਠੀਕ ਹੈ। ਬੇਸਿਕਲੀ ਟੈਂਸ ਦਾ ਮਤਲਬ ਕੀ ਹੈ? ਸਾਨੂੰ ਪੁਆਇੰਟ ਆਫ ਟਾਈਮ ਦੱਸਦਾ ਹੈ ਕਿ ਆਪਾਂ ਕਦੋਂ ਦੀ ਗੱਲ ਕਰ ਰਹੇ ਹਾਂ। ਪ੍ਰੈਜ਼ੈਂਟ ਦੀ ਗੱਲ ਕਰ ਰਹੇ ਹਾਂ, ਅੱਜ ਦੀ ਗੱਲ ਕਰ ਰਹੇ ਹਾਂ। ਪਾਸਟ ਦੀ ਗੱਲ ਕਰ ਰਹੇ ਹਾਂ, ਮਤਲਬ ਬੀਤੇ ਹੋਏ ਕੱਲ ਦੀ ਗੱਲ ਕਰ ਰਹੇ ਹਾਂ। ਪਿਛਲੇ ਪਾਸਟ ਦੀ, ਪਿਛਲੇ ਕੱਲ ਦੀ ਗੱਲ ਕਰ ਰਹੇ ਹਾਂ। ਫਿਊਚਰ ਮਤਲਬ ਆਉਣ ਵਾਲੇ ਕੱਲ ਦੀ ਗੱਲ ਕਰ ਰਹੇ ਹਾਂ। ਸੋ ਆਪਣੀ ਇੰਗਲਿਸ਼ ਦੇ ਵਿੱਚ, ਹਿੰਦੀ ਵਿੱਚ ਤਾਂ ਆਪਾਂ ਨੂੰ ਪਤਾ ਚੱਲ ਜਾਂਦਾ ਹੈ, ਪੰਜਾਬੀ 'ਚ ਪਤਾ ਚੱਲ ਜਾਂਦਾ ਹੈ ਕਿ ਅੱਜ ਦੀ ਆਪਾਂ ਗੱਲ ਕਰ ਰਹੇ ਹਾਂ। ਅੱਜ ਸਾਡੇ ਕੋਲ ਇਹ ਹੈ, ਅੱਜ ਮੈਂ ਆਹ ਕਰਦਾ, ਅੱਜ ਮੈਂ ਉਹ ਕਰ ਰਿਹਾ, ਅੱਜ ਮੈਂ ਕਰ ਰਿਹਾ ਹਾਂ। ਸੋ ਜੋ ਚੀਜ਼ਾਂ ਕਰ ਰਿਹਾ, ਅੱਜ ਦੀ ਡੇਟ ਦੀ ਗੱਲ ਹੋ ਰਹੀ ਹੈ, ਉਹ ਪ੍ਰੈਜ਼ੈਂਟ ਦੇ ਵਿੱਚ ਆਉਣਗੇ। ਜਿਹੜੀ ਆਪਾਂ ਪਿਛਲੇ ਦੀ ਗੱਲ ਕਰਾਂਗੇ ਪਾਸਟ ਦੇ ਵਿੱਚ ਆਏਗਾ। ਜਿਹੜੇ ਆਪਾਂ ਅਗਲੇ ਆਉਣ ਵਾਲੇ ਕੱਲ ਦੀ ਗੱਲ ਕਰਾਂਗੇ ਉਹ ਫਿਊਚਰ 'ਚ ਆਏਗਾ। 1 by 1 ਆਪਾਂ ਇਹਨਾਂ ਟੈਂਸਸ ਨੂੰ ਦੇਖਾਂਗੇ ਅਤੇ ਉਹਦੇ ਵਿੱਚ ਕਿਹੜੇ ਰੂਲਸ ਨਾਲ ਮਤਲਬ ਆਪਾਂ ਨੂੰ ਸੈਂਟੈਂਸ ਬਣਾਉਣਾ ਆਏਗਾ ਉਹ ਵੀ ਆਪਾਂ ਦੇਖਾਂਗੇ। ਸੋ ਸਿੰਪਲ ਪ੍ਰੈਜ਼ੈਂਟ ਟੈਂਸ ਆਪਾਂ ਸ਼ੁਰੂ ਕਰ ਰਹੇ ਹਾਂ। ਸਭ ਤੋਂ ਪਹਿਲਾਂ ਸਿੰਪਲ ਪ੍ਰੈਜ਼ੈਂਟ ਟੈਂਸ। ਸੋ ਲੁੱਕ ਐਟ ਦਿਸ। ਸਿੰਪਲ ਪ੍ਰੈਜ਼ੈਂਟ ਟੈਂਸ ਦਾ ਰੂਲ ਕੀ ਹੈ? ਸਬਜੈਕਟ ਪਲਸ ਵਰਬ ਦੀ ਫਸਟ ਫਾਰਮ ਦੇ ਨਾਲ ਐਸ ਜਾਂ ਈਐਸ ਲੱਗੇਗਾ, ਫਿਰ ਆਬਜੈਕਟ ਲੱਗੇਗਾ। ਲਾਈਕ ਫਸਟ ਐਗਜ਼ਾਮਪਲ ਲਿਖੀ ਹੋਈ ਹੈ, ਆਈ ਗੋ ਟੂ ਸਕੂਲ ਡੇਲੀ। ਮੈਂ ਰੋਜ਼ ਸਕੂਲ ਜਾਂਦਾ ਹਾਂ। ਮੈਂ ਰੋਜ਼ ਸਕੂਲ ਜਾਂਦਾ ਹਾਂ। ਇਹਦੇ ਵਿੱਚ ਸਬਜੈਕਟ ਕੀ ਹੈ? ਆਈ। ਵਰਬ ਕੀ ਹੈ? ਗੋ। ਫਿਰ ਅੱਗੇ ਆਪਣਾ ਜੋ ਵੀ ਹੈ ਆਬਜੈਕਟ ਕੀ, ਸਕੂਲ ਜਾਂਦਾ ਹਾਂ, ਉਹ ਆਬਜੈਕਟ ਹੋ ਗਿਆ। ਡੇਲੀ ਆਪਾਂ ਨੂੰ ਦੱਸ ਰਿਹਾ ਕਿ ਮੈਂ ਰੋਜ਼ ਕਰਦਾ। ਇਹ ਚੀਜ਼ ਰੋਜ਼ ਹੁੰਦੀ ਹੈ, ਹੈਬਿਟ ਹੈ। ਸੋ ਜਿੱਥੇ ਹੈਬਿਟ ਦੀ ਗੱਲ ਹੁੰਦੀ ਹੈ ਉੱਥੇ ਸਿੰਪਲ ਪ੍ਰੈਜ਼ੈਂਟ ਟੈਂਸ ਯੂਜ਼ ਹੁੰਦਾ ਹੈ। ਉਹ ਮੈਂ ਅੱਗੇ ਦੱਸਦੀ ਹਾਂ ਕਿੱਥੇ ਸਿੰਪਲ ਪ੍ਰੈਜ਼ੈਂਟ ਟੈਂਸ ਯੂਜ਼ ਹੁੰਦਾ ਹੈ। ਪਹਿਲਾਂ ਆਪਾਂ ਐਗਜ਼ਾਮਪਲ ਦੇਖ ਲਈਏ। ਨਾਰਮਲ ਇੱਕ ਸਿੰਪਲ ਐਗਜ਼ਾਮਪਲ ਹੈ, ਉਹਨੂੰ ਮੈਂ 3 ਤਰੀਕੇ ਨਾਲ ਲਿਖਿਆ। ਆਈ ਗੋ ਟੂ ਸਕੂਲ ਡੇਲੀ। ਆਈ ਦੇ ਨਾਲ ਕੀ ਲੱਗਿਆ? ਗੋ ਲੱਗਿਆ। ਗੋ ਦੇ ਪਿੱਛੇ ਈਐਸ ਨਹੀਂ ਲੱਗਿਆ, ਗੋਜ਼ ਨਹੀਂ ਲਗਾਇਆ। ਕਿਉਂ? ਕਿਉਂਕਿ ਆਈ, ਦੇ, ਵੀ ਤੇ ਪਲੂਰਲਸ। ਜਿੱਥੇ ਵੀ ਪਲੂਰਲਸ ਦੀ ਗੱਲ ਹੋਏਗੀ ਉੱਥੇ ਕੀ ਲੱਗੇਗਾ? ਵਰਬ ਦੀ ਫਸਟ ਫਾਰਮ ਜਿਹੜੀ ਹੈ ਉਹ ਕੱਲੀ ਆਏਗੀ। ਸਿੰਪਲ ਪ੍ਰੈਜ਼ੈਂਟ ਟੈਂਸ ਦੇ ਵਿੱਚ ਜਿੱਥੇ ਆਈ, ਦੇ, ਵੀ ਪਲੂਰਲਸ ਹੋਣਗੇ ਉੱਥੇ ਵਰਬ ਦੀ ਫਸਟ ਫਾਰਮ ਕੱਲੀ ਆਏਗੀ। ਉਹਨਾਂ ਦੇ ਪਿੱਛੇ ਐਸ ਜਾਂ ਈਐਸ ਨਹੀਂ ਆਏਗਾ। ਬਟ ਜਿੱਥੇ ਇਟ, ਹੀ, ਸ਼ੀ ਜਾਂ ਕਿਸੇ ਦਾ ਨਾਮ ਜਾਂ ਫਿਰ ਸਿੰਗੂਲਰਸ ਆਣਗੇ। ਸਿੰਗੂਲਰਸ ਮਤਲਬ ਜਿੱਥੇ ਇੱਕ ਚੀਜ਼ ਹੋਏਗੀ, ਹੈ ਨਾ। ਪਲੂਰਲਸ ਮਤਲਬ ਮੋਰ ਦੈਨ ਵਨ। ਪਲੂਰਲਸ ਹੁੰਦਾ ਮੋਰ ਦੈਨ ਵਨ। ਸਿੰਗੂਲਰ ਮਤਲਬ ਜਿੱਥੇ ਇੱਕ ਚੀਜ਼ ਹੋਏਗੀ। ਇੱਕ ਚੀਜ਼ ਦੇ ਨਾਲ ਕੀ ਲੱਗੇਗਾ? ਵਰਬ ਦੀ ਫਸਟ ਫਾਰਮ, ਉਹਦੇ ਪਿੱਛੇ ਲੱਗੇਗਾ ਐਸ ਜਾਂ ਈਐਸ। ਮਤਲਬ ਉਹ ਵਰਬ ਤੇ ਡਿਪੈਂਡ ਕਰੇਗਾ। ਜਿੱਦਾਂ ਗੋ ਹੈ, ਗੋ ਦੇ ਪਿੱਛੇ ਈਐਸ ਲੱਗਦਾ, ਗੋਜ਼ ਆਏਗਾ। ਅਗਰ ਵਰਬ ਮੰਨ ਲਓ ਟੇਕ ਹੋਏਗੀ ਤਾਂ ਟੇਕ ਦੇ ਪਿੱਛੇ ਕੱਲਾ ਐਸ ਜਾਏਗਾ। ਟੇਕ ਦੇ ਵਿੱਚ ਆਲਰੇਡੀ ਈ ਹੁੰਦਾ ਹੈ ਤਾਂ ਟੇਕਸ ਐਸ ਜਾਏਗਾ ਕੱਲਾ। ਦੇ, ਹੁਣ ਦੇ ਕਿਹੜੀ ਕੈਟੇਗਰੀ ਦਾ ਹੈ? ਇਹ ਵਾਲੀ ਕੈਟੇਗਰੀ ਦਾ, ਪਲੂਰਲ ਵਾਲੀ ਕੈਟੇਗਰੀ ਦਾ ਹੈ। ਆਈ, ਦੇ, ਵੀ ਪਲੂਰਲ ਦੇ ਨਾਲ ਮੋਰ ਦੈਨ ਵਨ। ਦੇ ਦਾ ਮਤਲਬ ਹੀ ਜ਼ਿਆਦਾ ਹੈ ਨਾ, ਤਾਂ ਪਲੂਰਲ ਦੇ ਨਾਲ ਕੀ ਆਏਗਾ? ਵਰਬ ਦੀ ਫਸਟ ਫਾਰਮ ਕੱਲੀ ਆਏਗੀ, ਗੋ ਆਏਗਾ, ਗੋਜ਼ ਨਹੀਂ ਆਏਗਾ। ਦੇ ਗੋ ਟੂ ਸਕੂਲ ਡੇਲੀ। ਉਹ ਰੋਜ਼ ਸਕੂਲ ਜਾਂਦੇ ਨੇ। ਠੀਕ ਹੈ, ਉਹ ਰੋਜ਼ ਸਕੂਲ ਜਾਂਦੇ ਨੇ। ਡੇਲੀ ਆਪਾਂ ਨੂੰ ਦੱਸ ਰਿਹਾ ਕਿ ਰੋਜ਼ ਜਾਂਦੇ ਨੇ, ਹੈਬਿਟ ਦੱਸ ਰਿਹਾ। ਸ਼ੀ ਆਇਆ ਜਿਹੜਾ, ਉਹ ਸ਼ੀ ਕਿਹੜੀ ਕੈਟੇਗਰੀ ਦਾ ਆ ਗਿਆ? ਆਹ ਵਾਲੀ। ਇਟ, ਹੀ, ਸ਼ੀ ਨੇਮ ਔਰ ਸਿੰਗੂਲਰ ਵਾਲੀ ਕੈਟੇਗਰੀ ਦਾ ਆ ਗਿਆ। ਤਾਂ ਇਹਨਾਂ ਦੇ ਨਾਲ ਮੈਂ ਕੀ ਦੱਸਿਆ? ਵਰਬ ਦੀ ਫਸਟ ਫਾਰਮ ਦੇ ਨਾਲ ਐਸ ਜਾਂ ਈਐਸ ਜ਼ਰੂਰ ਲੱਗੇਗਾ। ਹੈਵ ਅ ਲੁੱਕ। ਦੇਖੋ
ध्यान नाल एक एक एग्जाम्पल देखो। फर्स्ट एग्जाम्पल है आई गो टू स्कूल डेली, आई नाल गो लगेगा। शी नाल शी गोज टू स्कूल डेली, ओ रोज स्कूल जांदी है, जांदी है हजे भी जांदी है, रोज स्कूल जांदी है हजे भी जांदी है। दे गो टू स्कूल डेली, ओ रोज स्कूल जांदे ने हजे भी जांदे ने, ठीक है। दे गो टू स्कूल डेली, तां दे नाल की लग्या, गो लग्या। ਹੁਣ ਸਿੰਪਲ ਪ੍ਰੈਜ਼ੈਂਟ ਦੇ ਅੰਦਰ ਨੈਗੇਟਿਵ ਸੈਂਟੈਂਸਸ ਜਾਂ ਇੰਟਰੋਗੇਟਿਵ ਸੈਂਟੈਂਸਸ ਨਾਲ ਕੀ ਯੂਜ਼ ਹੁੰਦਾ ਹੈ, ਡੂ ਜਾਂ ਡਜ਼ ਯੂਜ਼ ਹੁੰਦਾ ਹੈ। ਕਿਉਂਕਿ ਹੁਣ ਸਿੰਪਲ ਪ੍ਰੈਜ਼ੈਂਟ ਟੈਂਸ ਦੇ ਵਿੱਚ ਵਰਬ ਦਾ ਫਸਟ ਫਾਰਮ ਸਿੰਪਲ ਫਸਟ ਫਾਰਮ ਯੂਜ਼ ਹੁੰਦੀ ਹੈ। ਕੋਈ ਇਜ਼, ਐਮ, ਆਰ, ਹੈਜ਼, ਹੈਵ, ਵਿਲ, ਸ਼ੈਲ ਕੁਛ ਨਹੀਂ ਲੱਗੇਗਾ, है ना। तो हेल्पिंग वर्ब की लगेगी, डू या डज लगेगी। डू या डज सिर्फ नैगेटिव या अगे मैं दसांगे इंटरोगेटिव सेंटेंसेस दे विच यूज होंदा है डू या डज। सो नैगेटिव सेंटेंसेस दे विच की रूल बन जाता है, सब्जेक्ट प्लस डू या डज, वर्ब दी फर्स्ट फॉर्म, मतलब डू या डज नॉट आएगा विच, ठीक है ना। डू या डज नॉट इकट्ठा आ जाएगा, डू या डज नॉट इकट्ठा आएगा प्लस वर्ब दी फर्स्ट फॉर्म आएगा। ਹੁਣ आई, वी, दे और प्लूरल्स ਦੇ ਨਾਲ क्या आएगा, डू आएगा। आई, वी, दे प्लूरल्स ਨਾਲ डू हो गया। ही, शी, इट और सिंगुलर्स ਨਾਲ ਕੀ ਆਏਗਾ, डज ਆਏਗਾ। ਜਿਵੇਂ ਫॉर एग्जांपल आई डू नॉट प्ले फुटबॉल, आई डू नॉट प्ले फुटबॉल, आई ਦੇ ਨਾਲ ਕੀ ਲੱਗਿਆ, डू नॉट, और she ਨਾਲ ਕੀ लगेगा, डज नॉट। she does not play football। ਆਪਾਂ ਹੋਰ एग्जांपल्स देख ਲੈਣੇ ਆ। सिंपल प्रेजेंट टेंस और नेगेटिव और इंटरोगेटिव दे विच डू या डज नॉट लगेगा। आई डू नॉट गो टू ट्यूशंस डेली, आई डू नॉट गो टू ट्यूशंस डेली। डू नॉट आया बिकॉज आई दे नाल लग गया। वी दे नाल भी की लगेगा, डू लगेगा। वी डू नॉट लाइक हर टीचिंग स्टाइल। शी डज नॉट, शी दे नाल की लग गया, डज नॉट। शी डज नॉट लाइक माई राइटिंग। Another one, he does not like to play football, he does not आ गया नाल, he does not like to play football, ठीक है। ਹੁਣ similarly interrogative sentences ਦੇ ਵਿੱਚ do ਜਾਂ does ਅੱਗੇ ਆ, do ਜਾਂ does ਸਭ ਤੋਂ ਅੱਗੇ ਆ ਜਾਏਗਾ। ਉਸ ਤੋਂ ਬਾਅਦ ਆਏਗਾ subject, ਫਿਰ verb ਦੀ first form ਆਏਗੀ। और ਹਮੇਸ਼ਾ make sure ਕਿ ਜਦੋਂ ਵੀ ਸੈਂਟੈਂਸ ਦੇ ਵਿੱਚ ਡੂ ਜਾਂ ਡਜ਼ ਲੱਗ ਗਿਆ ਉਹਦੇ ਨਾਲ ਹਮੇਸ਼ਾ ਵਰਬ ਦੀ ਫਰਸਟ ਫਾਰਮ ਕੱਲੀ ਆਏਗੀ, ਉਹਦੇ ਨਾਲ ਕਦੀ ਵੀ ਐਸ ਜਾਂ ਐਸ ਨਹੀਂ ਆਏਗਾ, ਚਾਹੇ ਹੀ, ਸ਼ੀ, ਇਟ ਲੱਗਾ ਹੋਵੇ। ਪਰ ਜਦੋਂ ਡੂ ਡਜ਼ ਲੱਗ ਗਿਆ ਤਾਂ ਵਰਬ ਹਮੇਸ਼ਾ ਕੱਲੀ ਆਏਗੀ। ਫॉर एग्जांपल ਸ਼ੀ ਦੇ ਨਾਲ ਹੁਣ ਵੈਸੇ ਕੀ ਆਣਾ ਚਾਹੀਦਾ ਸੀਗਾ, ਲਾਈਕਸ ਆਣਾ ਚਾਹੀਦਾ ਸੀ ਨਾ, ਪਰ ਜਿਹੜਾ ਇਹਦਾ ਲਾਈਕ ਦਾ ਐਸ ਸੀਗਾ ਉਹ ਚਲਾ ਗਿਆ ਡੂ ਦੇ ਨਾਲ, ਉਹ ਡਜ਼ ਬਣ ਗਿਆ। ਸੋ ਸ਼ੀ ਡਜ਼ ਨॉट ਇਸੇ ਕਰਕੇ ਆਇਆ ਬਿਕॉज ਇਹ ਸਿੰਗਲ ਹੈ, ਸਿੰਗੂਲਰ ਦੇ ਨਾਲ ਈਐਸ ਲਗਾਉਣਾ ਸੀਗਾ, ਇਸ ਕਰਕੇ ਇਹਦਾ ਲਾਈਕ ਦਾ ਜਿਹੜਾ ਐਸ ਸੀਗਾ ਉਹ ਚਲਾ ਗਿਆ ਆਪਣੇ ਡਜ਼ ਦੇ ਕੋਲ, ਡੂ ਦੇ ਕੋਲ ਚਲਾ ਗਿਆ। ਸੋ ਸ਼ੀ ਡਜ਼ ਨॉट ਲਾਈਕ ਮਾਈ ਰਾਈਟਿੰਗ ਆਏਗਾ ਇੱਥੇ। ਮਤਲਬ ਅਗਰ ਜਦੋਂ ਡੂ ਜਾਂ ਡਜ਼ ਆ ਗਿਆ ਤਾਂ ਹਮੇਸ਼ਾ ਵਰਬ ਦੀ ਫਰਸਟ ਫਾਰਮ ਕੱਲੀ ਹੀ ਆਏਗੀ। ਚਾਹੇ ਡੂ ਨਾਲ ਲਗਾ ਰਹੇ ਹਾਂ ਤਾਂ ਦੇਖੋ ਗੋ ਕੱਲਾ ਹੈ, ਵੀ ਡੂ ਨॉट ਕਰ ਰਹੇ ਹਾਂ ਤਾਂ ਵੀ ਇੱਥੇ ਲਾਈਕ ਕੱਲਾ ਹੈ, ਡਜ਼ ਨॉट ਦੇ ਨਾਲ ਵੀ ਲਾਈਕ ਕੱਲਾ ਹੈ, ਜਾਂ ਡਜ਼ ਨॉट ਇੱਥੇ ਹੀ ਦੇ ਨਾਲ, ਹੀ ਡਜ਼ ਨॉट ਦੇ ਨਾਲ ਵੀ ਲਾਈਕ ਕੱਲਾ ਹੈ। ਸੋ ਮਤਲਬ ਵਰਬ ਦੀ ਫਰਸਟ ਫਾਰਮ ਹਮੇਸ਼ਾ ਡੂ ਡਜ਼ ਨਾਲ ਕੱਲੀ ਆਉਂਦੀ ਹੈ, ਨੈਗੇਟਿਵ 'ਚ ਵੀ ਇੰਟਰੋਗੇਟਿਵ 'ਚ ਵੀ। ਹੁਣ ਡੂ ਡਜ਼ ਸਬਜੈਕਟ, ਉਸ ਤੋਂ ਬਾਅਦ ਵਰਬ। ਡਜ਼ ਸ਼ੀ ਲਾਈਕ ਹਰ ਡਰੈਸ, ਡਜ਼ ਸ਼ੀ। ਹੁਣ ਡਜ਼ ਆਇਆ ਅੱਗੇ, ਡਜ਼ ਅੱਗੇ ਆ ਗਿਆ ਬਿਕॉज ਸ਼ੀ ਸੀਗਾ ਸਬਜੈਕਟ, ਸ਼ੀ ਦੇ ਨਾਲ ਡਜ਼ ਲੱਗਣਾ ਹੈ। ਆਪਾਂ ਉੱਪਰ ਕਰਕੇ ਹਟੇ ਹਾਂ, ਹੀ, ਸ਼ੀ, ਇਟ ਸਿੰਗੂਲਰ ਦੇ ਨਾਲ ਡਜ਼ ਆਉਂਦਾ ਹੈ ਨਾ, ਤਾਂ ਡਜ਼ ਆ ਗਿਆ, ਫਿਰ ਸਬਜੈਕਟ ਸ਼ੀ, ਫਿਰ ਆ ਗਈ ਵਰਬ ਦੀ ਫਰਸਟ ਫਾਰਮ ਲਾਈਕ। ਅੱਗੇ ਦਾ ਜੋ ਵੀ ਹੈ ਆਬਜੈਕਟ ਹੈ ਉਹ ਸਾਰਾ ਆਬਜੈਕਟ ਹੋ ਗਿਆ, ਹਰ ਡਰੈਸ ਆਬਜੈਕਟ ਹੋ ਗਿਆ। ਪਰ ਡੂ ਡਜ਼ ਜਦੋਂ ਲੱਗ ਗਿਆ ਫਿਰ ਵਰਬ ਦੀ ਫਰਸਟ ਫਾਰਮ ਕੱਲੀ ਹੀ ਆਏਗੀ। ਨੈਕਸਟ, ਡੂ ਆਈ ਨੋ ਯੂ, ਡੂ ਲੱਗਾ ਕਿਉਂਕਿ ਆਈ ਸੀਗਾ, ਡੂ ਅੱਗੇ ਆ ਗਿਆ, ਡੂ ਆਈ नो, नोज नहीं करना बिकॉज आई दे नाल हमेशा वर्ब दी फर्स्ट फॉर्म वैसे भी कल्ली आती है, और वैसे भी मैं कह रही हूँ कि डू और डज जो लग गया वर्ब दी फर्स्ट फॉर्म हमेशा कल्ली आएगी। नेक्स्ट, डू वी नीड टू गिव, डू वी नीड टू गिव मतलब समथिंग एल्स, डू वी नीड टू गिव सम advice, do we need to give some advice, do we need to, do we ਸੀਗਾ ਇਸ ਕਰਕੇ do ਲੱਗ ਗਿਆ, do we need
नीड इत्थे वर्ब आ गई, डू वी नीड टू गिव सम एडवाइस, बाकी सारा जिहड़ा अपना हो गया सब्जेक्ट ऑब्जेक्ट हो गया अपना बाकी। पर ये डू वी नीड जो है वो अगे सेंटेंस दे विच क्या आएगा, डू डज तो स्टार्ट होएगा, फिर सब्जेक्ट आएगा, फिर वर्ब दी फर्स्ट फॉर्म आएगी। सो हैव अ लुक। क्लियर? ਸਿੰਪਲ ਪ੍ਰੈਜ਼ੈਂਟ ਟੈਂਸ ਜਿਹੜਾ ਹੈ ਉਹ 6 ਜਗ੍ਹਾ ਦੇ ਵਿੱਚ ਯੂਜ਼ ਹੁੰਦਾ ਹੈ, ਮਤਲਬ ਉਹਦੇ ਯੂਜ਼ਸ ਕਿਹੜੇ ਨੇ, ਹੁਣ ਉਹ ਕਿੱਥੇ ਕਿੱਥੇ ਯੂਜ਼ ਹੁੰਦਾ ਹੈ। ਯੂਨੀਵਰਸਲ ਟਰੂਥ ਦੇ ਵਿੱਚ ਯੂਜ਼ ਹੋਏਗਾ, ਜਿਸ ਤਰ੍ਹਾਂ ਆਪਾਂ ਮੰਨ ਲਓ ਕੋਈ ਯੂਨੀਵਰਸਲ ਟਰੂਥ ਜਾਂ ਕਿਸੇ ਫੈਕਟ ਦੀ, ਯੂਨੀਵਰਸਲ ਫੈਕਟ ਦੀ ਗੱਲ ਕਰਨੀ ਹੈ ਕਿ ਦ ਸਨ ਦ ਪਲੈਨਟਸ ਰਿਵੋਲਵ ਅਰਾਊਂਡ ਦ ਸਨ, ਹੈ ਨਾ, ਦ ਸਨ ਰਾइजेज इन द ईस्ट, द सन ਸੈਟਸ ਇਨ ਦ ਵੈਸਟ, ਤਾਂ ਯੂਨੀਵਰਸਲ ਟਰੁੱਥ ਹੋ ਗਏ, ਤਾਂ ਉਹਦੇ ਵਿੱਚ ਸਿੰਪਲ ਪ੍ਰੈਜ਼ੈਂਟ ਯੂਜ਼ ਹੋਏਗਾ। ਹੈਬਿਟਸ ਦੇ ਵਿੱਚ, ਹੌਬੀ ਦੇ ਵਿੱਚ, ਰੂਟੀਨ ਦੇ ਵਿੱਚ, ਮਤਲਬ ਕਿਸੇ ਦੀ ਲਗਾਤਾਰ ਡੇਲੀ ਹੈਬਿਟਸ ਨੂੰ ਸ਼ੋ ਕਰਨਾ ਹੈ ਤਾਂ ਉਹਦੇ ਵਿੱਚ ਯੂਜ਼ ਹੋਏਗਾ। ਪ੍ਰੀ ਪਲਾਨਡ ਪ੍ਰੋਗਰਾਮਸ ਦੇ ਵਿੱਚ, ਜੋ ਆਲਰੇਡੀ ਪਹਿਲਾਂ ਤੋਂ ਸ਼ੈਡਿਊਲਡ ਪ੍ਰੋਗਰਾਮਸ ਫਿਊਚਰ ਪਲਾਨਸ ਨੇ ਬਟ ਉਹ ਪਹਿਲਾਂ ਤੋਂ ਸ਼ੈਡਿਊਲਡ ਨੇ, ਉਹਨਾਂ ਵਿੱਚ ਯੂਜ਼ ਹੋਏਗਾ। ਪ੍ਰੋਵਰਬਸ ਯੂਜ਼ ਹੋਏਗਾ। यूज़ विद टिल अंटिल टाइम कंडीशंस ਦੇ ਨਾਲ यूज़ ਹੋਏਗਾ, ਜਿੱਥੇ टिल ਜਾਂ अंटिल ਜਾਂ टाइम कंडीशंस ਦਿੱਤੀਆਂ ਹੋਣਗੀਆਂ ਉੱਥੇ यूज़ ਹੋਏਗਾ ਸਿੰਪਲ ਪ੍ਰੈਜ਼ੈਂਟ ਟੈਂਸ, ਜਾਂ ਇੰਪੈਰੇਟਿਵ ਸੈਂਟੈਂਸਸ ਦੇ ਵਿੱਚ यूज़ ਹੋਏਗਾ। ਹੁਣ ਆਪਾਂ ਇੱਕ ਇੱਕ ਐਗਜ਼ਾਮਪਲ ਦੇ ਕੇ ਮੈਂ ਨਾਲ ਦੱਸਦੀ ਹਾਂ ਕਿੱਥੇ ਕਿੱਥੇ यूज़ ਹੁੰਦੇ ਆ ਇਹ। ਆ ਦੇਖੋ, ਹੁਣ ਸਿੰਪਲ ਪ੍ਰੈਜ਼ੈਂਟ ਟੈਂਸ ਇਜ਼ ਯੂਜ਼ਡ ਫॉर, ਕਿੱਥੇ ਕਿੱਥੇ यूज़ ਹੁੰਦਾ, ਕਿੱਥੋਂ ਪਤਾ ਚੱਲੇਗਾ ਕਿ ਇੱਥੇ ਹੁਣ ਸਿੰਪਲ ਪ੍ਰੈਜ਼ੈਂਟ ਟੈਂਸ ਯੂਜ਼ ਹੋਇਆ। ਮਤਲਬ ਬੱਚੇ ਕਹਿੰਦੇ ਨੇ ਕਿ ਮੈਮ ਸਾਨੂੰ ਕਿੱਦਾਂ ਪਤਾ ਲੱਗੇਗਾ ਕਿ ਕਿਹੜੇ ਟੈਂਸ ਦੇ ਵਿੱਚ ਕਿਹੜੀ ਗੱਲ ਹੋ ਰਹੀ ਹੈ, ਤਾਂ ਕਿੱਥੇ ਪਤਾ ਲੱਗੇਗਾ ਕਿ ਸਿੰਪਲ ਪ੍ਰੈਜ਼ੈਂਟ ਟੈਂਸ ਅਸੀਂ ਯੂਜ਼ ਕਰਨਾ। ਸਭ ਤੋਂ ਪਹਿਲਾਂ ਯੂਨੀਵਰਸਲ ਟਰੁੱਥ ਜਾਂ ਯੂਨੀਵਰਸਲ ਫੈਕਟਸ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਚੇਂਜ ਨਹੀਂ ਕਰ ਸਕਦੇ, ਦੈਟ ਯੂ ਕਾਂਟ ਚੇਂਜ, ਹੈ ਨਾ, ਮਤਲਬ ਜਿਸ ਤਰ੍ਹਾਂ ਦੇ ਕੋਈ ਪ੍ਰੋਪਰ ਕੁਛ ਯੂਨੀਵਰਸਲ ਟਰੁੱਥ ਜਾਂ ਯੂਨੀਵਰਸਲ ਫੈਕਟਸ ਨੇ ਜਿਨ੍ਹਾਂ ਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ, ਜੋ ਮਰਜ਼ੀ ਕਰ ਲਓ ਤੁਸੀਂ ਚੇਂਜ ਨਹੀਂ ਉਹਨੂੰ ਕਰ ਸਕਦੇ। ਸੋ ਉਸ ਤਰ੍ਹਾਂ ਦੇ ਫੈਕਟਸ ਦੇ ਵਿੱਚ ਯੂਜ਼ ਹੋਏਗਾ, ਜਿਵੇਂ ਦ ਪਲੈਨਟਸ ਰਿਵੋਲਵ ਅਰਾਊਂਡ ਦ ਸਨ, ਇੱਥੇ ਦ ਪਲੈਨਟਸ ਆਰ ਰਿਵੋਲਵਿੰਗ ਅਰਾਊਂਡ ਦ ਸਨ ਨਹੀਂ ਹੋ ਸਕਦਾ, ਦ ਪਲੈਨਟਸ ਵਰ ਰਿਵੋਲਵਿੰਗ ਅਰਾਊਂਡ ਦ ਸਨ ਨਹੀਂ ਹੋ ਸਕਦਾ। ਇੱਥੇ ਵਿੱਚ ਸਿੰਪਲ ਪ੍ਰੈਜ਼ੈਂਟ ਹੀ ਯੂਜ਼ ਹੋਏਗਾ, ਦ ਪਲੈਨਟਸ ਰਿਵੋਲਵ ਅਰਾਊਂਡ ਦ ਸਨ। ਹੁਣ ਰਿਵੋਲਵ ਲੱਗਿਆ, ਦੈਟ ਮੀਨਸ ਫਸਟ ਫਾਰਮ ਲੱਗੀ ਹੈ, ਸਿੰਪਲ ਫਸਟ ਫਾਰਮ ਲਗਾਈ ਹੈ। ਹੁਣ ਫਸਟ ਫਾਰਮ ਕਿੱਥੇ ਲੱਗਦੀ ਹੈ, ਸਿਰਫ ਸਿੰਪਲ ਪ੍ਰੈਜ਼ੈਂਟ ਟੈਂਸ ਦੇ ਵਿੱਚ ਜਿਹੜੀ ਹੈ ਫਸਟ ਫਾਰਮ ਲੱਗਦੀ ਹੈ। ਦ ਸਨ ਰਾइजेज ਇਨ ਦ ਈਸਟ, ਰਾइजेज ਕਰਿਆ ਹੈ ਕਿਉਂਕਿ ਦ ਸਨ ਸਿਰਫ ਇੱਕੋ ਹੀ ਹੈ, ਇਸ ਕਰਕੇ ਸਿੰਗੂਲਰ ਨਾਲ ਕੀ ਲੱਗਦਾ ਹੈ, ਵਰਬ ਦੀ ਫਸਟ ਫਾਰਮ ਦੇ ਪਿੱਛੇ ਐਸ ਲੱਗਦਾ ਹੈ, ਤਾਂ ਰਾइजेज ਹੋ ਗਿਆ, ਦ ਸਨ ਰਾइजेज ਇਨ ਦ ਈਸਟ। ਯੂਨੀਵਰਸਲ ਫੈਕਟ ਹੈ, ਯੂਨੀਵਰਸਲ ਟਰੁੱਥ ਹੈ, ਇਸ ਕਰਕੇ ਸਿੰਪਲ ਪ੍ਰੈਜ਼ੈਂਟ ਟੈਂਸ ਲੱਗਿਆ, ਜਿਹਦੇ ਵਿੱਚ ਸਿਰਫ ਕੀ ਲੱਗਦਾ ਹੈ, ਵਰਬ ਦੀ ਫਸਟ ਫਾਰਮ ਯੂਜ਼ ਹੁੰਦੀ ਹੈ, ਜਾਂ ਓਕੇਜਨਲੀ ਐਸ ਜਾਂ ਈ ਐਸ ਲੱਗੇਗਾ ਵੇਅਰ ਐਵਰ ਨੈਸੈਸਰੀ। ਸੈਕਿੰਡ, ਹੈਬਿਟਸ, ਹੌਬੀ, ਰੂਟੀਨ ਦੇ ਵਿੱਚ ਯੂਜ਼ ਹੁੰਦਾ ਹੈ। ਲਾਈਕ ਤੁਸੀਂ ਅਗਰ ਕਿਸੇ ਨੂੰ ਆਪਣਾ ਡੇਲੀ ਰੂਟੀਨ ਜਿਹੜਾ ਡਿਸਕ੍ਰਾਈਬ ਕਰਨਾ ਹੈ ਤਾਂ ਉਹਦੇ ਵਿੱਚ ਤੁਸੀਂ ਯੂਜ਼ ਕਰੋਗੇ ਸਿੰਪਲ ਪ੍ਰੈਜ਼ੈਂਟ ਟੈਂਸ। ਲਾਈਕ ਹੀ ਟੇਕਸ ਦ ਡੌਗ ਆਊਟ ਟਵਾਈਸ ਅ ਡੇ, ਉਹ ਰੋਜ਼ ਮਤਲਬ ਡੌਗੀ ਨੂੰ ਬਾਹਰ ਲੈ ਕੇ ਜਾਂਦਾ ਹੈ ਦਿਨ 'ਚ 2 ਵਾਰੀ, ਟਵਾਈਸ ਮੀਨਸ 2 ਵਾਰੀ ਲੈ ਕੇ ਜਾਂਦਾ ਹੈ, ਦਿਨ 'ਚ 2 ਵਾਰੀ ਲੈ ਕੇ ਜਾਂਦਾ, ਔਰ ਰੋਜ਼ ਲੈ ਕੇ ਜਾਂਦਾ, ਉਹਦੀ ਹੈਬਿਟ ਆ, ਉਹ ਮਤਲਬ ਰੂਟੀਨ ਆ, ਡੇਲੀ ਰੂਟੀਨ ਹੈ, ਰੋਜ਼ ਲੈ ਕੇ ਜਾਂਦਾ। आई गेट अप एट 7 o'clock in the morning, मैं रोज़ सवेरे 7 वजे उठदा, सवेरे 7 वजे उठदा, रोज़ मतलब रोज़ उठदा वा, डेली रूटीन है। सो अपनी डेली रूटीन ਨੂੰ कौन शो करदा है, सिंपल प्रेजेंट टेंस, ਜਿਹਦੇ ਵਿੱਚ ਸਿਰਫ वर्ब ਦੀ फर्स्ट फॉर्म ਲੱਗਦੀ ਹੈ। एस या ई एस ओकेजनली ਲੱਗਦਾ, ਉਹ ਤੁਹਾਨੂੰ ਮੈਂ ਦੱਸਿਆ ਪਹਿਲਾਂ ਕਿੱਥੇ ਲੱਗਦਾ, ही शी इट ਸਿੰਗੂਲਰ ਦੇ ਨਾਲ ਸਿਰਫ एस या ई एस ਲੱਗੇਗਾ वर्ब ਦੇ ਪਿੱਛੇ, मतलब टेक ਦਾ ਟੇਕਸ ਹੋ ਜਾਏਗਾ, ਗੋ ਦਾ ਗੋਜ਼ ਹੋ ਜਾਏਗਾ, ਰਨ ਦਾ ਰਨਸ ਹੋ ਜਾਏਗਾ, ਕੁਕ ਦਾ ਕੁਕਸ ਹੋ ਜਾਏਗਾ, ਇਸ ਤਰੀਕੇ ਨਾਲ। ਅੱਗੇ ਕੀ ਹੈ, हैबिट्स ਨੂੰ ਸ਼ੋ ਕਰਦਾ ਹੈ ਹੌਬੀ ਜਾਂ ਰੂਟੀਨ। ਬਰਡਸ ਯੂਜੂਅਲੀ ਬਿਲਡ ਨੈਸਟ ਔਨ ਦ ਟਰੀ, ਬਰਡਸ ਯੂਜੂਅਲੀ, ਆ ਯੂਜੂਅਲੀ ਵਰਡ ਸਾਨੂੰ ਦੱਸ ਰਿਹਾ ਕਿ ਯੂਜੂਅਲੀ ਮਤਲਬ ਯੂਜੂਅਲੀ ਬਣਾਉਂਦੇ ਨੇ, ਅਕਸਰ ਬਣਾਉਂਦੇ ਹੀ ਨੇ, ਮਤਲਬ ਬਿਲਡ ਕਰਦੇ ਨੇ, ਜਿਹੜੇ ਬਰਡਸ ਨੇ ਉਹ ਆਪਣਾ ਟਰੀ ਦੇ ਉੱਤੇ ਨੈਸਟ ਬਿਲਡ ਕਰਦੇ ਨੇ। ਸੋ ਬਰਡਸ ਬਣਾਉਂਦੇ ਨੇ, ਇਹ ਉਹਨਾਂ ਦੀ ਹੈਬਿਟ ਹੈ ਜਾਂ ਡੇਲੀ ਰੂਟੀਨ ਹੈ, ਇਸ ਕਰਕੇ ਇੱਥੇ ਕੀ ਆਏਗਾ, ਸਿੰਪਲ ਪ੍ਰੈਜ਼ੈਂਟ ਟੈਂਸ। ਥਰਡ ਵਨ ਇਜ਼ ਪ੍ਰੀ ਪਲਾਨਡ ਪ੍ਰੋਗਰਾਮਸ ਦੇ ਵਿੱਚ, ਸ਼ੈਡਿਊਲਡ ਪ੍ਰੋਗਰਾਮਸ ਦੇ ਵਿੱਚ, ਜੋ ਆਪਾਂ ਨੂੰ ਪਤਾ ਹੈ ਕਿ ਆਪਾਂ ਆਲਰੇਡੀ ਪਹਿਲਾਂ ਤੋਂ ਉਹਨਾਂ ਨੂੰ ਪਲੈਨਿੰਗ ਕੀਤੀ ਹੋਈ ਹੈ, ਹਾਲਾਂਕਿ ਉਹ ਫਿਊਚਰ ਦੀ ਆਪਣੀ ਪਲੈਨਿੰਗ ਹੈ, ਪਰ ਉਹਨਾਂ ਨੂੰ ਪਹਿਲਾਂ ਤੋਂ ਪਲਾਨ ਕੀਤਾ ਹੋਇਆ, ਸ਼ੈਡਿਊਲਡ ਨੇ, ਸਕੇਡਿਊਲਡ ਨੇ, ਪਹਿਲਾਂ ਤੋਂ ਪ੍ਰੀ ਪਲਾਨਡ ਨੇ, ਤਾਂ ਉਹਨਾਂ ਦੇ ਵਾਸਤੇ ਕੀ ਯੂਜ਼ ਹੋਏਗਾ, ਸਿੰਪਲ ਪ੍ਰੈਜ਼ੈਂਟ ਟੈਂਸ ਯੂਜ਼ ਹੋਏਗਾ। ਦ ਸਕੂਲ ਰੀਓਪਨਸ ਇਨ ਸੈਪਟੈਂਬਰ, ਹੁਣ ਸਕੂਲ ਨੇ ਦੇਖੋ ਸੈਪਟੈਂਬਰ 'ਚ ਰੀਓਪਨ ਹੋਣਾ, ਉਹ ਪਹਿਲਾਂ ਤੋਂ ਮਤਲਬ ਉਹਨਾਂ ਨੇ ਪ੍ਰੀ ਪਲਾਨਡ ਕੀਤਾ ਹੋਇਆ ਨਾ, ਉਹਨਾਂ ਨੇ ਇਹ ਤਾਂ ਨਹੀਂ ਹੈ ਕਿ ਸਕੂਲ ਔਨ ਦਾ ਸਪੋਟ ਤੁਹਾਨੂੰ ਕਹੇਗਾ ਕਿ ਮਤਲਬ ਉਹਨਾਂ ਨੇ ਉਦੋਂ ਡਿਸਾਈਡ ਕੀਤਾ ਵੀ ਕਿੰਨੇ ਵਜੇ
ਕਦੋਂ ਤੋਂ ਤੁਹਾਡਾ ਉਹ ਰੀਓਪਨ ਹੋਣਾ। ਮਤਲਬ ਪ੍ਰੀ ਪਲੈਨਡ ਪ੍ਰੋਗਰਾਮਸ ਜੋ ਹੁੰਦੇ ਨੇ ਉਹਨਾਂ ਨੂੰ ਦੱਸਣ ਵਾਸਤੇ, ਜਾਂ ਇਹ ਜ਼ਿਆਦਾਤਰ ਕਿੱਥੇ ਯੂਜ਼ ਹੁੰਦਾ ਹੈ, ਨਿਊਜ਼ਪੇਪਰ ਹੈਡਲਾਈਨਸ ਯੂਜ਼ ਹੁੰਦੇ ਆ। ਇਹ ਜਿੱਦਾਂ ਆਪਾਂ ਨਿਊਜ਼ਪੇਪਰ ਦੀ ਹੈਡਲਾਈਨਸ ਹੁੰਦੀ ਹੈ ਨਾ, ਉਹਨਾਂ ਦੇ ਵਿੱਚ ਇੱਦਾਂ ਹੀ ਲਿਖਿਆ ਹੁੰਦਾ ਹੈ ਮਤਲਬ ਜਾਂ ਕਹਿ ਸਕਦੇ ਹਾਂ CBSE ਐਗਜ਼ਾਮ ਬਿਗਿਨਸ ਔਨ ਨੈਕਸਟ ਮੰਡੇ, ਇਸ ਤਰ੍ਹਾਂ ਦੀ ਉਹਦੇ ਵਿੱਚ ਯੂਜ਼ ਹੁੰਦਾ ਹੈ ਨਿਊਜ਼ਪੇਪਰ ਹੈਡਲਾਈਨਸ ਦੇ ਵਿੱਚ। ਸਕੂਲ ਰੀਓਪਨਸ ਇਨ ਸੈਪਟੈਂਬਰ, ਆਰ ਐਗਜ਼ਾਮ ਬਿਗਿਨਸ ਔਨ ਨੈਕਸਟ ਮੰਡੇ, ਵੀ ਫਲਾਈ ਟੂ ਕੈਨੇਡਾ ਨੈਕਸਟ ਮੰਥ। ਸੋ ਪ੍ਰੀ ਪਲੈਨਡ ਪ੍ਰੋਗਰਾਮਸ ਦੇ ਵਿੱਚ ਵੀ ਆਪਾਂ ਸਿੰਪਲ ਪ੍ਰੈਜ਼ੈਂਟ ਟੈਂਸ ਯੂਜ਼ ਕਰਦੇ ਹਾਂ। ਪ੍ਰੋਵਰਬਸ ਦੇ ਵਿੱਚ ਯੂਜ਼ ਹੁੰਦਾ ਹੈ। ਪ੍ਰੋਵਰਬਸ ਮਤਲਬ ਜਿਸ ਤਰ੍ਹਾਂ ਜੋ ਕਹਾਵਤਾਂ ਜਿਹਨੂੰ ਆਪਾਂ ਕਹਿੰਦੇ ਹਾਂ, ਮੁਹਾਵਰੇ ਹੁੰਦੇ ਆ, ਉਹਨਾਂ ਦੇ ਵਿੱਚ ਕੀ ਯੂਜ਼ ਹੁੰਦਾ ਆਪਣਾ ਸਿੰਪਲ ਪ੍ਰੈਜ਼ੈਂਟ ਟੈਂਸ। ਓਨੈਸਟੀ ਇਜ਼ ਦ ਬੈਸਟ ਪੋਲਿਸੀ, ਟਾਈਮ ਐਂਡ ਟਾਈਡ ਵੇਟਸ ਫॉर ਨਨ, ਸਲੋ ਐਂਡ ਸਟੱਡੀ ਵਿਨਸ ਦ ਰੇਸ। ਸੋ ਇਸ ਤਰ੍ਹਾਂ ਦੀ ਜਿਹੜੀ ਪ੍ਰੋਵਰਬਸ ਹੁੰਦੀਆਂ ਨੇ ਉਹਦੇ ਵਿੱਚ ਵੀ ਆਪਣਾ ਸਿੰਪਲ ਪ੍ਰੈਜ਼ੈਂਟ ਟੈਂਸ ਯੂਜ਼ ਹੋਏਗਾ। ਇਹਦੇ ਵਿੱਚ ਇੱਦਾਂ ਇਹ ਨਹੀਂ ਕਹਿ ਸਕਦੇ ਆਪਾਂ ਸਲੋ ਐਂਡ ਸਟੱਡੀ ਆਰ ਵਿਨਿੰਗ ਦ ਰੇਸ, ਸਲੋ ਐਂਡ ਸਟੱਡੀ ਇਜ਼ ਵਿਨਿੰਗ ਦ ਰੇਸ, ਇਸ ਤਰ੍ਹਾਂ ਨਹੀਂ ਕਹਿ ਸਕਦੇ ਆਪਾਂ, ਦੈਟ ਇਜ਼ ਰੋਂਗ। ਠੀਕ ਹੈ, ਸਿੰਪਲ ਪ੍ਰੈਜ਼ੈਂਟ ਟੈਂਸ ਯੂਜ਼ ਹੋ ਰਿਹਾ। ਨੈਕਸਟ ਦੇਖੋ, ਯੂਜ਼ ਵਿਦ ਟਿਲ। ਯੂਜ਼ਡ ਵਿਦ ਟਿਲ, until ਜਾਂ ਟਾਈਮ ਕੰਡੀਸ਼ਨਸ ਜਿੱਥੇ ਦਿੱਤੀਆਂ ਹੋਣ, ਲਾਈਕ ਵੇਟ ਹੇਅਰ ਟਿਲ ਹੀ ਰਿਟਰਨਸ, ਟਿਲ ਹੀ ਰਿਟਰਨਸ ਲਿਖਿਆ ਦੇਖੋ, ਟਿਲ ਹੀ ਇਜ਼ ਰਿਟਰਨਿੰਗ ਨਹੀਂ ਆਏਗਾ, ਟਿਲ ਹੀ ਵਿਲ ਰਿਟਰਨ ਨਹੀਂ ਆਏਗਾ, ਟਿਲ ਹੀ ਰਿਟਰਨਸ। ਹੀ ਸੀਗਾ ਇਸ ਕਰਕੇ ਵਰਬ ਦੀ ਫਸਟ ਫਾਰਮ ਦੇ ਪਿੱਛੇ ਰਿਟਰਨ ਦੇ ਪਿੱਛੇ ਐਸ ਆ ਗਿਆ, ਟਿਲ ਹੀ ਰਿਟਰਨਸ, ਵੇਟ ਹੇਅਰ ਟਿਲ ਹੀ ਰਿਟਰਨਸ। ਪਲੇ ਆਫਟਰ ਯੂ ਫਿਨਿਸ਼ ਯੂਰ ਵਰਕ, ਪਲੇ ਆਫਟਰ ਯੂ ਫਿਨਿਸ਼ ਯੂਰ ਵਰਕ, ਪਹਿਲਾਂ ਪਲੇ ਆਫਟਰ ਯੂ ਫਿਨਿਸ਼ ਯੂਰ ਵਰਕ, ਕੰਮ ਖਤਮ ਹੋ ਜਾਏਗਾ ਉਸ ਤੋਂ ਬਾਅਦ ਤੁਸੀਂ ਖੇਲ ਸਕਦੇ ਹੋ। ਠੀਕ ਹੈ, ਸੋ ਮਤਲਬ ਯੂ ਫਿਨਿਸ਼ ਯੂਰ ਵਰਕ ਆਇਆ, ਯੂ ਦੇ ਨਾਲ ਫਿਨਿਸ਼ ਲੱਗ ਗਿਆ, ਫਿਨਿਸ਼ਿਸ ਨਹੀਂ ਲੱਗਿਆ ਨਾ, ਯੂ ਹੈ ਕਿਉਂਕਿ। ਸਟੇ ਹੇਅਰ ਅੰਟਿਲ ਆਈ ਕਮ, ਅੰਟਿਲ ਆ ਗਿਆ, ਸਟੇ ਹੇਅਰ ਅੰਟਿਲ ਆਈ ਕਮ, ਆਈ ਐਮ ਕਮਿੰਗ ਨਹੀਂ ਆਏਗਾ, ਆਈ ਵਿਲ ਕਮ ਨਹੀਂ ਆਏਗਾ, ਸਟੇ ਹੇਅਰ ਅੰਟਿਲ ਆਈ ਕਮ। ਸੋ ਇਸ ਤਰ੍ਹਾਂ ਦੀ ਜਿਹੜੀਆਂ ਕੰਡੀਸ਼ਨਸ ਹੁੰਦੀਆਂ ਨੇ, ਟਾਈਮ ਕੰਡੀਸ਼ਨਸ ਹੁੰਦੀਆਂ ਨੇ, ਉੱਥੇ ਵੀ ਸਿੰਪਲ ਪ੍ਰੈਜ਼ੈਂਟ ਟੈਂਸ ਆਏਗਾ। ਨੈਕਸਟ ਇੰਪੈਰੇਟਿਵ ਸੈਂਟੈਂਸਿਸ ਦੇ ਵਿੱਚ ਰਾਈਟ ਨੀਟਲੀ, ਰਾਈਟਿੰਗ ਇਜ਼ ਨੀਟਲਿੰਗ ਨਹੀਂ ਆਏਗਾ, ਰਾਈਟਿੰਗ ਨੀਟਲੀ ਨਹੀਂ ਆਏਗਾ, ਰਾਈਟ ਨੀਟਲੀ, ਵਰਕ ਹਾਰਡ, ਡੋਂਟ ਸਮੋਕ ਹੇਅਰ, ਨੋ ਪਾਰਕਿੰਗ, ਹੈ ਨਾ। ਸੋ ਆਪਣੇ ਕੋਲ ਸਿੰਪਲ ਸੈਂਟੈਂਸਿਸ ਦੇ ਵਿੱਚ ਆਪਣੇ ਸਿੰਪਲ ਪ੍ਰੈਜ਼ੈਂਟ ਟੈਂਸ ਯੂਜ਼ ਹੁੰਦਾ ਹੈ। ਇੰਪੈਰੇਟਿਵ ਸੈਂਟੈਂਸਿਸ, ਇੰਪੈਰੇਟਿਵ ਸੈਂਟੈਂਸਿਸ ਕਿਆ ਹੁੰਦੇ ਹੈ, ਜਿਸ ਤਰ੍ਹਾਂ ਸ਼ਾਰਟ ਫਾਰਮ ਵਾਲੇ ਆਪਾਂ ਨੋਰਮਲ ਮਤਲਬ ਜਿਸ ਤਰ੍ਹਾਂ ਐਕਸਕਲੇਮੇਸ਼ਨ ਮਾਰਕਸ ਵੀ ਇਹਨਾਂ ਨਾਲ ਲੱਗਦੇ ਹੁੰਦੇ ਆ, ਜਿਸ ਤਰ੍ਹਾਂ ਹੋਰ ਵੀ ਕਹਿ ਸਕਦੇ ਹਾਂ, ਵਾਟ ਅ ਲਵਲੀ ਡਰੈਸ, ਵਾਟ ਅ ਲਵਲੀ ਡਰੈਸ। ਠੀਕ ਹੈ, ਇੱਥੇ ਵੀ ਆਪਣਾ ਕੀ ਆ ਗਿਆ, ਸਿੰਪਲ ਪ੍ਰੈਜ਼ੈਂਟ। ਵਾਟ ਅ ਪਲੇਜ਼ੈਂਟ ਡੇ, ਵਾਟ ਅ ਪਲੇਜ਼ੈਂਟ ਡੇ। ਠੀਕ ਹੈ, ਸੋ ਇੰਪੈਰੇਟਿਵ ਸੈਂਟੈਂਸਿਸ ਦੇ ਵਿੱਚ ਵੀ ਆਪਣਾ ਸਿੰਪਲ ਪ੍ਰੈਜ਼ੈਂਟ ਟੈਂਸ ਆਉਂਦਾ ਹੈ। ਹੁਣ ਯੂਜੂਅਲੀ ਕਿਹੜੇ ਵਰਡਸ ਤੋਂ ਆਪਾਂ ਨੂੰ ਪਤਾ ਚੱਲਦਾ ਹੈ ਕਿ ਆਲਰੇਡੀ ਅਗਰ ਸੈਂਟੈਂਸ ਦੇ ਵਿੱਚ ਇਹ ਵਾਲੇ ਵਰਡਸ ਲੱਗੇ ਹੋਏ ਨੇ, ਕੀਵਰਡਸ ਇਹ ਵਾਲੇ ਲੱਗੇ ਹੋਏ ਨੇ, ਤਾਂ ਦੈਟ ਮੀਨਸ ਕਿ ਆਪਣੇ ਕੋਲ ਸਿੰਪਲ ਪ੍ਰੈਜ਼ੈਂਟ ਟੈਂਸ ਦੀ ਗੱਲ ਹੋ ਰਹੀ ਹੈ। ਇਹ ਵਾਲੇ ਕੀਵਰਡ ਜਿਵੇਂ ਯੂਜੂਅਲੀ ਹੈ, ਆਫਨ, ਐਜ਼ ਯੂਜੂਅਲ, ਫ੍ਰੀਕੁਐਂਟਲੀ, ਜਨਰਲੀ, ਸਮਟਾਈਮਸ, ਆਲਵੇਜ਼, ਰੈਗੂਲਰਲੀ, ਓਕੇਸ਼ਨਲੀ, ਵੈਨਐਵਰ, ਐਵਰੀ ਟਾਈਮ, ਐਵਰੀ ਡੇ, ਹਾਰਡਲੀ ਐਵਰ ਜਾਂ ਪੀਰੀਓਡਿਕਲੀ। ਸੋ ਇਸ ਤਰ੍ਹਾਂ ਦੇ ਜੋ ਵਰਡਸ ਅਗਰ ਆਪਣੇ ਕੋਲ ਕੋਈ ਲਿਖਿਆ ਹੋਇਆ ਕਿਸੇ ਸੈਂਟੈਂਸ ਦੇ ਵਿੱਚ, ਤਾਂ ਆਪਾਂ ਨੂੰ ਉਹਦੇ ਤੋਂ ਪਤਾ ਲੱਗ ਜਾਏਗਾ ਕਿ ਇਹ ਰੋਜ਼ ਦੀ ਜਾਂ ਡੇਲੀ ਦੀ ਜਾਂ ਹੈਬਿਟ ਦੀ ਗੱਲ ਹੋ ਰਹੀ ਹੈ। ਔਰ ਇੱਕ ਹੋਰ ਚੀਜ਼ ਧਿਆਨ ਰੱਖਣੀ ਹੈ, ਜ਼ਰੂਰੀ ਨਹੀਂ ਹੈ ਮੈਂ ਅਗਰ ਡੇਲੀ ਰੂਟੀਨ ਦੀ ਗੱਲ ਕਰ ਰਹੀ ਹਾਂ, ਤੁਸੀਂ ਕਹੋਗੇ ਐਵਰੀ ਡੇ ਸਾਡੀ ਡੇਲੀ ਰੂਟੀਨ ਹੋ ਗਈ, ਪਰ ਅਗਰ ਉੱਥੇ ਐਵਰੀ ਮੰਥ ਲਿਖਿਆ ਹੋਏਗਾ ਤਾਂ ਵੀ ਉਹ ਰੂਟੀਨ ਹੀ ਸ਼ੋ ਕਰੇਗਾ। ਅਗਰ ਉੱਥੇ ਐਵਰੀ ਈਅਰ ਲਿਖਿਆ ਹੋਏਗਾ ਤਾਂ ਵੀ ਉਹ ਰੂਟੀਨ ਹੀ ਸ਼ੋ ਕਰੇਗਾ। ਬੇਸ਼ੱਕ ਉਹ ਰੂਟੀਨ ਡੇ ਦੀ ਹੈ, ਬੇਸ਼ੱਕ ਉਹ ਰੂਟੀਨ ਮੰਥ ਬਾਏ ਮੰਥ ਦੀ ਹੈ, ਬੇਸ਼ੱਕ ਉਹ ਰੂਟੀਨ ਈਅਰ ਬਾਈ ਈਅਰ ਦੀ ਹੈ। ਸੋ ਅਗਰ ਜਿੱਥੇ ਐਵਰੀ ਵਰਡ ਆ ਗਿਆ ਨਾ, ਐਵਰੀ ਡੇ, ਐਵਰੀ ਮੰਥ, ਐਵਰੀ ਈਅਰ ਜਾਂ ਐਵਰੀ ਟਾਈਮ, ਹੈ ਨਾ, ਤਾਂ ਉੱਥੇ ਦੈਟ ਮੀਨਸ ਕਿ ਉਹ ਪੀਰੀਓਡਿਕਲੀ, ਫ੍ਰੀਕੁਐਂਟਲੀ ਹੋ ਰਿਹਾ ਜਾਂ ਕੁਝ ਸਾਲਾਂ ਬਾਅਦ ਹੋ ਰਿਹਾ, ਹਰ ਸਾਲ ਹੋ ਰਿਹਾ ਜਾਂ ਹਰ ਮੰਥ ਹੋ ਰਿਹਾ, ਬਟ ਹੋ ਰਿਹਾ, ਬਾਰ-ਬਾਰ ਹੋ ਰਿਹਾ। ਜਿੱਥੇ ਰੈਪੀਟੀਸ਼ਨ ਕੋਈ ਵੀ ਚੀਜ਼
ਦੀ ਹੁੰਦੀ ਹੈ ਤਾਂ ਉੱਥੇ ਆਪਾਂ ਸਿੰਪਲ ਪ੍ਰੈਜ਼ੈਂਟ ਟੈਂਸ ਯੂਜ਼ ਕਰਦੇ ਹਾਂ, ਹੈ ਨਾ। ਆਲਵੇਜ਼ ਤੋਂ ਤਾਂ ਪਤਾ ਲੱਗ ਹੀ ਜਾਂਦਾ ਕਿ ਹਰ ਵਾਰ ਹੋ ਰਿਹਾ, ਜ਼ਰੂਰੀ ਨਹੀਂ ਹੈ ਕਿ ਹਰ ਵਾਰ ਹੋਏਗਾ ਤਾਂ ਹੀ ਉਹ ਸਿੰਪਲ ਪ੍ਰੈਜ਼ੈਂਟ ਟੈਂਸ ਹੋਏਗਾ। ਮਤਲਬ ਓਕੇਜਨਲੀ, ਹੁਣ ਓਕੇਜਨਲੀ ਦਾ ਦੇਖੋ ਕਿੰਨਾ ਆਪਾਂ ਇੱਥੋਂ ਪਤਾ ਚੱਲ ਰਿਹਾ ਕਿ ਕਦੀ ਕਦਾਰ ਹੋਣ ਵਾਲੀ, ਹੈ ਨਾ। ਓਕੇਜਨਲੀ ਹੋਏਗਾ ਤਾਂ ਵੀ ਉਹ ਸਿੰਪਲ ਪ੍ਰੈਜ਼ੈਂਟ ਟੈਂਸ 'ਚ ਆਏਗਾ, ਰੈਗੂਲਰਲੀ ਡੇਲੀ ਹੋਏਗਾ ਤਾਂ ਵੀ ਉਹ ਸਿੰਪਲ ਪ੍ਰੈਜ਼ੈਂਟ ਟੈਂਸ ਆਏਗਾ, ਸਮਟਾਈਮਸ ਹੋਏਗਾ ਤਾਂ ਵੀ ਸਿੰਪਲ ਪ੍ਰੈਜ਼ੈਂਟ ਟੈਂਸ ਹੋਏਗਾ। ਮਤਲਬ ਇੱਕ ਤਰ੍ਹਾਂ ਦੀ ਆਪਾਂ ਨੂੰ ਟਾਈਮ ਫ੍ਰੀਕੁਐਂਸੀ ਜਿੱਥੋਂ ਪਤਾ ਚੱਲੇਗੀ, ਚਾਹੇ ਉਹ ਰੋਜ਼ ਦੀ ਹੈ, ਚਾਹੇ ਉਹ ਕਦੀ ਕਦੀ ਦੀ ਹੈ, ਚਾਹੇ ਉਹ ਕਦੀ ਕਦਾਰ ਦੀ ਹੈ, ਜਾਂ ਕਦੀ ਐਵਰੀ ਈਅਰ ਦੀ ਹੈ, ਐਵਰੀ ਮੰਥ ਦੀ ਹੈ, ਬਟ ਉਹ ਆਪਾਂ ਨੂੰ ਦੱਸੇਗੀ ਕਿ ਸਿੰਪਲ ਪ੍ਰੈਜ਼ੈਂਟ ਟੈਂਸ ਹੀ ਯੂਜ਼ ਹੋਏਗਾ। ਸੋ ਸਿੰਪਲ ਪ੍ਰੈਜ਼ੈਂਟ ਟੈਂਸ ਕਿੱਥੇ ਯੂਜ਼ ਹੁੰਦੇ ਨੇ ਬੇਸਿਕਲੀ? ਯੂਨੀਵਰਸਲ ਟਰੁਥ ਦੇ ਲਈ, ਹੈਬਿਟਸ ਹੌਬੀ ਰੂਟੀਨ ਦੇ ਲਈ, ਪ੍ਰੀ ਪਲਾਨਡ ਪ੍ਰੋਗਰਾਮਸ ਲਈ, ਪ੍ਰੋਵਰਬਸ ਲਈ, ਯੂਜ਼ ਵਿਦ ਟਿਲ ਅੰਟਿਲ ਟਾਈਮ ਕੰਡੀਸ਼ਨਸ ਲਈ, ਔਰ ਇੰਪੈਰੇਟਿਵ ਸੈਂਟੈਂਸਿਸ ਲਈ। ਔਰ ਸਿੰਪਲ ਪ੍ਰੈਜ਼ੈਂਟ ਟੈਂਸ ਦਾ ਰੂਲ ਕੀ ਹੈ? ਸਬਜੈਕਟ ਵਰਬ ਦੀ ਫਸਟ ਫਾਰਮ ਦੇ ਨਾਲ SES ਵੇਅਰਐਵਰ ਨੈਸੈਸਰੀ, ਐਂਡ ਉਸ ਤੋਂ ਬਾਅਦ ਆਬਜੈਕਟ।